Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਪ੍ਰੋਗਰਾਮ ਆਪਣਾ ਇਮੀਗ੍ਰੇਸ਼ਨ ਅਪਡੇਟਸ ਤੇ ਨਾਲੇ ਤੁਹਾਡੇ ਕੁਝ ਜਿਹੜੇ ਸਵਾਲਾਂ ਦੇ ਜਵਾਬ ਵੀ ਦੇਣੇ ਆ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜੀ ਅਪਡੇਟ ਹੈਗੀ ਆ, ਜਿਹੜਾ ਇਮੀਗ੍ਰੇਸ਼ਨ ਦਾ ਨਵਾਂ ਕਾਨੂੰਨ ਬਣ ਰਿਹਾ ਉਹਦੇ ਬਾਰੇ ਦੇ ਦਾਂ। ਉਹ ਇਸ ਤਰ੍ਹਾਂ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਹਾਊਸ ਤੇ ਸੈਨੇਟ ਦੇ ਵਿੱਚ ਜਿਹੜਾ ਸਿਟੀਜ਼ਨਸ਼ਿਪ ਐਕਟ ਆਫ 2021 ਇੰਟਰੋਡਿਊਸ ਹੋਇਆ ਸੀ ਤੇ ਉਹਦੇ ਤੇ ਹਾਊਸ ਦੇ ਵਿੱਚ ਕੋਸ਼ਿਸ਼ ਕੀਤੀ ਗਈ ਉਹਨੂੰ ਫਲੋਰ ਤੇ ਲਿਆ ਕੇ ਉੱਤੇ ਵੋਟਾਂ ਪਾਈਆਂ ਜਾਣ, ਪਰ ਉਹਦੇ ਤੇ ਜ਼ਿਆਦਾ ਜਿਹੜੇ ਮੈਂਬਰਾਂ ਦੀ ਸਹਿਮਤੀ ਨਹੀਂ ਬਣੀ, ਇਸ ਕਰਕੇ ਉਹਨੂੰ ਜੁਡੀਸ਼ਰੀ ਕਮੇਟੀ ਵਿੱਚ ਭੇਜ ਦਿੱਤਾ ਗਿਆ। ਹੁਣ ਜਿਹੜੀ ਲੀਡਰਸ਼ਿਪ ਹੈ ਡੈਮੋਕ੍ਰੈਟਿਕ ਪਾਰਟੀ ਦੀ, ਉਹ ਇਹਨੂੰ ਪਾਸ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਹੈਗੀ ਆ, ਇਹਨੂੰ ਪੀਸਿਸ ਦੇ ਵਿੱਚ ਕਰਕੇ, ਕਿਉਂਕਿ ਇਹਦੇ ਤਿੰਨ ਮੇਨ ਕੰਪੋਨੈਂਟ ਨੇ। ਇੱਕ ਤਾਂ ਹੈਗਾ ਜਿਹੜੇ ਬੱਚੇ ਡਾਕਾ ਵਾਲੇ ਜਿਹੜੇ ਅਨਡਾਕੂਮੈਂਟਡ ਇੱਥੇ ਆਏ ਸੀ ਤੇ ਰਹਿ ਰਹੇ ਆ। ਦੂਸਰਾ ਜਿਹੜਾ ਕੰਪੋਨੈਂਟ ਆ ਉਹ ਹੈਗਾ ਵੀ ਜਿਹੜੇ ਇੱਥੇ ਲੋਕ ਐਗਰੀਕਲਚਰ ਜਿਹੜੇ ਹੈਗੇ ਆ ਉਹ ਮਤਲਬ ਖੇਤਾਂ ਵਿੱਚ ਕੰਮ ਕਰਦੇ ਨੇ, ਉਸ ਵੀਜ਼ੇ ਤੇ ਨੇ, ਤੇ ਨਾਲ ਨਾਲ ਜਿਹੜੇ TPS ਸਟੇਟਸ ਨੇ। ਤੇ ਤੀਜਾ ਕੰਪੋਨੈਂਟ ਇਹਦਾ ਉਹ ਆ ਜਿਹੜੇ ਅਨਡਾਕੂਮੈਂਟਡ ਬੰਦੇ ਇੱਥੇ ਜਨਵਰੀ 1 2021 ਤੋਂ ਪਹਿਲਾਂ ਆਏ ਆ। ਸੋ ਇਹਦੇ ਤੇ ਜਿਹੜੇ ਪਹਿਲੇ ਦੋ ਕੰਪੋਨੈਂਟ ਨੇ, ਇੱਕ ਤਾਂ ਜਿਹੜੇ ਡਾਕਾ ਵਾਲੇ ਬੱਚੇ ਨੇ ਅਨਡਾਕੂਮੈਂਟਡ ਤੇ ਇੱਕ ਜਿਹੜੇ ਐਗਰੀਕਲਚਰ ਵਰਕਰ ਵਗੈਰਾ ਨੇ, ਉਹਨਾਂ ਤੇ ਸਹਿਮਤੀ ਹੈਗੀ ਆ। ਉਹਨਾਂ ਦੇ ਬਿੱਲ ਜਿਹੜੇ ਆ ਉਹ ਆਹ ਵੀਕ ਹਾਊਸ ਦੇ ਵਿੱਚ ਪੇਸ਼ ਹੋਣਗੇ। ਜੇ ਹਾਊਸ 'ਚ ਪਾਸ ਹੋ ਗਏ ਤਾਂ ਫਿਰ ਸੈਨੇਟ 'ਚ ਭੇਜੇ ਜਾਣਗੇ। ਉਹਨਾਂ ਨੂੰ ਇਹ ਲੱਗ ਰਿਹਾ ਲੀਡਰਸ਼ਿਪ ਨੂੰ ਵੀ ਇਹ ਅਸੀਂ ਪਹਿਲਾਂ ਪਾਸ ਕਰਾਈਏ, ਕਿਉਂਕਿ ਜੇ ਇਹ ਪਾਸ ਹੋ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਅਨਡਾਕੂਮੈਂਟਡ ਵਾਲਿਆਂ ਦਾ ਮਤਲਬ ਪਾਰਟ ਹੈ ਉਹਨੂੰ ਉਹ ਲੈਣਗੇ। ਸੋ ਇਹ ਚੰਗੀ ਖਬਰ ਹੈ ਵੀ ਘੱਟੋ ਘੱਟ ਉਹ ਗੱਲ ਅੱਗੇ ਤੁਰ ਰਹੀ ਹੈ ਤੇ ਇਸ ਵੀਕ ਦੇ ਵਿੱਚ ਉਹ ਅੱਗੇ ਮੂਵ ਹੋਏਗਾ। ਦੂਸਰਾ ਜਿਹੜਾ ਸਟਿਮੂਲਸ ਵਾਲਾ ਜਿਹੜਾ ਹੈਗਾ ਬਿੱਲ ਉਹ ਪਾਸ ਹੋ ਗਿਆ, ਤੁਹਾਨੂੰ ਪਤਾ ਹੀ ਆ। ਤੇ ਉਹਦੇ ਵੀ ਜਿਹੜੇ ਚੈੱਕ ਹੈਗੇ ਉਹ ਇਸ ਵੀਕ ਆਉਣੇ ਸ਼ੁਰੂ ਹੋਣਗੇ। ਉਹਦੇ ਵਿੱਚ ਉਹ ਇਹ ਕੀ ਕਰ ਰਹੇ ਆ ਵੀ ਜਿਹੜੇ ਮਤਲਬ ਸਿੰਗਲ ਜਿਹੜਾ ਬੰਦਾ ਭਰਦਾ ਟੈਕਸ, ਜਿਹਦੀ 75,000 ਤੱਕ ਦੀ ਇਨਕਮ ਹੈਗੀ ਆ, ਉਹਨੂੰ ਚੈੱਕ ਆਊਗਾ। ਉਸ ਤੋਂ ਬਾਅਦ ਜਿਹੜਾ ਮੈਰਿਡ ਭਰਦਾ ਜੁਆਇੰਟ, ਉਹਦੀ ਜਿਹੜੀ ਇਨਕਮ 1.5 ਲੱਖ ਤੱਕ ਹੋਣੀ ਚਾਹੀਦੀ ਆ। ਤੇ ਤੀਸਰਾ ਜਿਹੜਾ ਹਾਊਸ ਹੋਲਡ ਵਰਕਰ ਦਾ, ਜਿਹੜਾ ਹੈੱਡ ਆਫ ਹਾਊਸ ਹੋਲਡ ਵਰਕਰ ਆ, ਉਹਦੀ 1,12,000। ਜੇ ਇੰਨੀ ਇਨਕਮ ਹੈਗੀ ਆ ਤਾਂ $1,400 ਦਾ ਜਿਹੜਾ ਚੈੱਕ ਆਏਗਾ ਈਚ ਪਰਸਨ ਨੂੰ, ਤੇ ਉਹ 'ਚ ਬੱਚਿਆਂ ਦੇ ਚੈੱਕ ਵੀ ਆਉਣਗੇ। ਸੋ ਉਹ ਬਹੁਤ ਵੱਡੀ ਰਿਲੀਫ ਹੋਏਗੀ। ਇਹਦੇ ਨਾਲ ਨਾਲ ਜਿਵੇਂ ਹੋਰ ਇੰਡਸਟਰੀਆਂ ਹੈਗੀਆਂ ਜਿਹੜੀਆਂ ਅਫੈਕਟਡ ਹੋਈਆਂ ਨੇ, ਉਹਨਾਂ ਵਾਸਤੇ ਵੀ ਪੈਸਾ ਰੱਖਿਆ ਗਿਆ ਤੇ ਇਹਦਾ ਜਿਹੜਾ ਹੈਗਾ ਇਕੋਨਮੀ ਨੂੰ ਸਟਿਮੂਲੇਟ ਕਰੇਗਾ। ਇਹ ਵੀ ਚੈੱਕ ਆਪਾਂ ਦੇਖਾਂਗੇ ਆਉਣ ਦਿਨਾਂ ਵਿੱਚ ਆਉਣਗੇ। ਇਹਦੇ ਨਾਲ ਨਾਲ ਜਿਹੜਾ ਰੂਲ ਹੈਗਾ ਪਬਲਿਕ ਚਾਰਜ ਦਾ, ਜਿਹੜਾ ਕਿ ਪੁਰਾਣੀ ਐਡਮਿਨਿਸਟ੍ਰੇਸ਼ਨ ਨੇ ਬਣਾਇਆ ਸੀ, ਉਹਨੂੰ ਕਾਫੀ ਸਖਤੀ ਕੀਤੀ ਸੀ। ਉੱਤੇ ਇੱਕ ਫਾਰਮ ਕੱਢਿਆ ਸੀ I-944, ਉਹ ਹੁਣ ਜਿਹੜਾ US ਸੁਪਰੀਮ ਕੋਰਟ ਦੇ 7 ਸਰਕਟ ਜਿਹੜੇ ਹੈਗੇ ਡਿਸੀਜਨ, ਉਸ ਤੋਂ ਬਾਅਦ ਉਹ ਡਿਸਕੰਟੀਨਿਊ ਕਰ ਦਿੱਤਾ ਗਿਆ। ਹੁਣ ਜਿਹੜੀ ਹੈਗੀ ਐਡਮਿਨਿਸਟ੍ਰੇਸ਼ਨ ਨੇ ਇਹ ਆਪਣਾ ਕੱਢਿਆ ਰੂਲ ਵੀ ਜਿਹੜਾ ਬਿਲ ਕਲਿੰਟਨ ਦੇ ਟਾਈਮ ਦਾ ਸੀਗਾ, ਇਹ ਰੂਲ ਪਬਲਿਕ ਚਾਰਜ ਦਾ ਉਹੀ ਚੱਲੇਗਾ। ਜਿਹੜੀਆਂ ਰਿਸਟ੍ਰਿਕਸ਼ਨਸ ਪਿਛਲੀ ਐਡਮਿਨਿਸਟ੍ਰੇਸ਼ਨ ਨੇ ਲਾਈਆਂ ਸੀ ਉਹ ਨਹੀਂ ਚੱਲਣਗੀਆਂ। ਉਹਦੇ ਨਾਲ ਕਾਫੀ ਵੱਡੀ ਰਾਹਤ ਜਿਹੜੀ ਆ ਉਹ ਸਾਰਿਆਂ ਨੂੰ ਮਿਲੇਗੀ, ਕਿਉਂਕਿ ਜਿਹੜੀ ਪਿਛਲੀ ਐਡਮਿਨਿਸਟ੍ਰੇਸ਼ਨ ਸੀ ਉਹਨੇ ਕਾਫੀ ਜ਼ਿਆਦਾ ਇਸ ਰੂਲ ਨੂੰ ਸਟ੍ਰਿਕਟ ਕਰਤਾ ਸੀ। ਇਹਦੇ ਉੱਤੇ ਜਿਹੜੀ ਬੰਦੇ ਦੀ ਕ੍ਰੈਡਿਟ ਕਾਰਡ ਦੀ ਹਿਸਟਰੀ ਆ, ਉਹਦੇ ਕਿੰਨੀ ਮੌਰਗੇਜ ਆ, ਜਾਂ ਉਹਨੇ ਕਦੇ ਕੋਈ ਮੈਡੀਕਲ ਲਿਆ, ਜਿਹੜਾ ਹੁੰਦੀ ਸਰਕਾਰੀ ਮੈਡੀਕੇਟ ਜਾਂ ਜੋ ਵੀ ਆ, ਉਹ ਸਾਰਾ ਕੁਝ ਜਿਹੜਾ ਹੈਗਾ ਉਹ ਦੱਸਣਾ ਪੈਣਾ ਸੀ, ਜਿਹਦੇ ਕਰਕੇ ਕਿ ਜਿਹੜੇ ਤੁਹਾਡੇ ਰਿਲੇਟਿਵਸ ਆਉਣੇ ਆ ਉਹਨਾਂ ਨੂੰ ਰੋਕਿਆ ਜਾ ਸਕਦਾ ਸੀ। ਪਰ ਹੁਣ ਜਿਹੜਾ ਪਿਛਲਾ ਉਹ ਥੋੜ੍ਹਾ ਜਿਹਾ ਇਹਦੇ ਨਾਲ ਨਰਮ ਹੈ। ਉਹ 'ਚ ਬੇਸਿਕਲੀ ਇਹੀ ਆ ਵੀ ਜਿਹੜਾ ਆਪਾਂ ਐਫੀਡੇਵਿਟ ਆਫ ਸਪੋਰਟ ਦੇਣਾ, ਉਹ 'ਤੇ ਇਨਕਮ ਜਿਹੜੀ ਆ ਉਹ ਪਾਵਰਟੀ ਲਾਈਨ ਤੋਂ 125% ਉੱਪਰ ਹੋਣੀ ਚਾਹੀਦੀ ਆ। ਪਲੱਸ ਜਿਹੜੇ 36 ਮਹੀਨੇ ਨੇ ਉਹਨਾਂ ਦੇ ਵਿੱਚੋਂ 12 ਮਹੀਨਿਆਂ ਤੋਂ ਵੱਧ ਜਿਹੜੀ ਸਰਕਾਰੀ ਏਡ ਨਾ ਲਈ ਹੋਵੇ। ਸੋ ਜੇ ਕਿਸੇ ਨੇ ਥੋੜ੍ਹੀ ਦੇਰ ਵਾਸਤੇ ਮੈਡੀਕਲ ਲਿਆ ਜਾਂ ਫੂਡ ਸਟੈਂਪਾਂ ਲਈਆਂ ਨੇ, ਉਹ ਚੱਲ ਜਾਏਗਾ ਉਹਦੇ ਅੰਡਰ, ਉਹਨੂੰ ਜਿਹੜਾ ਉਹਦਾ ਨੁਕਸਾਨ ਨਹੀਂ ਹੋਏਗਾ। ਸੋ ਉਹ ਵੀ ਇੱਕ ਚੰਗੀ ਖਬਰ ਸੀ। ਤੇ ਹੁਣ ਜਿਹੜੇ ਤੁਹਾਡੇ ਕੁਛ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਮੈਂ ਦੇਣ ਲੱਗਿਆ। ਤੇ ਇਹਦੇ 'ਚ ਬੇਸਿਕਲੀ ਜਿਹੜੇ ਤੁਹਾਡੇ ਸਵਾਲ ਨੇ ਉਹ ਤਿੰਨ ਮਤਲਬ ਕੈਟੇਗਰੀਆਂ 'ਚ ਨੇ। ਇੱਕ ਤਾਂ ਹੈਗੇ ਨੇ F4 ਕੈਟੇਗਰੀ ਦੇ, ਤੇ ਉਹ ਸਾਰੇ ਮੈਂ ਇਕੱਠੇ ਕਰਕੇ ਉਹਨਾਂ ਦੇ ਜਵਾਬ ਜਿਹੜੇ ਹੈਗੇ ਆ ਉਹ ਦਿਆਂਗਾ। F4 ਕੈਟੇਗਰੀ ਉਹ ਆ ਜਿਹੜਾ ਕਿ US ਸਿਟੀਜ਼ਨ ਆਪਣੇ ਭੈਣ ਭਰਾ ਲਈ ਅਪਲਾਈ ਕਰਦਾ। ਤੇ ਇਹ ਜਿਹੜੀ ਕੈਟੇਗਰੀ ਹੈਗੀ ਆ, ਇਹਦਾ ਹੁਣ ਇਸ ਟਾਈਮ 'ਤੇ ਜਿਹੜਾ ਵੀਜ਼ਾ ਬੁਲਟਨ ਆ ਮਾਰਚ ਦਾ, ਉਹਦੇ ਮੁਤਾਬਕ ਜਿਹੜਾ ਚੱਲ ਰਿਹਾ ਜੀ, ਉਹ ਚੱਲ ਰਿਹਾ ਮਾਰਚ 2005। ਸੋ ਜਿਨ੍ਹਾਂ ਨੇ 2005 'ਚ ਅਪਲਾਈ ਕੀਤਾ ਉਹਨਾਂ ਦੀ ਹੁਣ ਵਾਰੀ ਆ ਰਹੀ ਆ। ਤੇ ਉਹਦੇ ਬਾਰੇ ਜਿਹੜਾ ਹੈਗਾ ਬੇਸਿਕਲੀ ਇਹ ਆ ਕਿ ਜੇ ਹੁਣ ਫਰਜ਼ ਕਰੋ ਕਿਸੇ ਦਾ ਜਿਹੜਾ ਬੱਚਾ ਹੈਗਾ ਉਹ ਇਹਦੇ 'ਤੇ ਓਵਰ ਹੋ ਗਿਆ ਕਿ 21 ਸਾਲ ਤੋਂ, ਤੇ ਉਹ ਕਿਸ ਤਰ੍ਹਾਂ ਆ ਸਕਦਾ, ਜ਼ਿਆਦਾ ਸਵਾਲ ਇਹਦੇ ਬਾਰੇ ਵੀ ਆਪਣੇ ਹੈਗੇ ਆ। ਪਰ ਮੈਂ ਇਹਦੇ ਬਾਰੇ ਇਹ ਕਹਿਣਾ ਚਾਹਾਂਗਾ ਕਿ ਜੇ ਫਰਜ਼ ਕਰੋ ਤੁਸੀਂ ਅਪਲਾਈ ਕੀਤਾ ਤਾਂ ਬੱਚੇ ਦੀ ਉਮਰ ਛੋਟੀ ਸੀ ਤੇ ਚੱਲਦੇ ਟਾਈਮ 'ਚ ਓਵਰ ਹੋ ਗਿਆ, ਜੇ ਉਹ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਆਉਂਦਾ, ਕਵਰ ਹੁੰਦਾ, ਤਾਂ ਉਹ ਆ ਸਕਦਾ। ਜੇ ਨਹੀਂ ਕਵਰ ਹੁੰਦਾ ਤਾਂ ਫਿਰ ਇਹਦੇ ਅੰਡਰ ਨਹੀਂ ਆਏਗਾ। ਸੋ ਜਿਹੜਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਆ ਉਹਦੇ ਬਾਰੇ ਵੀ ਕਈ ਸੱਜਣਾਂ ਨੇ ਪੁੱਛਿਆ ਕੀ ਆ,
ਉਹਦੀ ਕੈਲਕੂਲੇਸ਼ਨ ਇਸ ਤਰ੍ਹਾਂ ਕਿ ਉਹਦੇ ਦੋ ਜਿਹੜੇ ਕੰਪੋਨੈਂਟਸ ਨੇ। ਪਹਿਲਾ ਜਿਹੜਾ ਕੰਪੋਨੈਂਟ ਆ ਉਹ ਇਹ ਆ ਕਿ ਜਿਹੜਾ US ਸਿਟੀਜ਼ਨ ਹੈ, ਜਦੋਂ ਉਹ ਆਪਣੇ ਬੱਚਿਆਂ ਲਈ ਅਪਲਾਈ ਕਰਦਾ, ਆਪਣੇ ਰੀਅਲ ਬੱਚਿਆਂ ਲਈ, ਤਾਂ ਇਸ ਤਰ੍ਹਾਂ ਹੁੰਦਾ ਕਿ ਜੇ ਉਹ ਬੱਚੇ ਦੀ ਉਮਰ 21 ਸਾਲ ਤੋਂ ਘੱਟ ਹੈਗੀ ਹੈ, ਚਾਹੇ 6 ਮਹੀਨੇ ਘੱਟ ਆ ਜਾਂ ਸਾਲ ਘੱਟ ਆ, ਜੇ ਚੱਲਦੇ ਕੇਸ 'ਚ 21 ਤੋਂ ਵੱਧ ਹੋ ਜਾਵੇ ਤਾਂ ਉਹ ਇਹਦੇ ਵਿੱਚ ਜਿਹੜਾ ਹੈਗਾ ਉਹ ਕਵਰ ਹੋ ਜਾਂਦਾ। ਜੇ ਬੱਚਾ ਅਨਮੈਰਿਡ ਆ ਉਹਦੀ ਉਮਰ ਉੱਥੇ ਫਰੀਜ਼ ਹੋ ਜਾਂਦੀ, ਉਹ 'ਚ ਕੋਈ ਕੈਲਕੂਲੇਸ਼ਨ ਨਹੀਂ ਹੁੰਦੀ। ਪਰ ਜੇ US ਸਿਟੀਜ਼ਨ ਆਪਣੇ ਜਿਹੜਾ ਭੈਣ ਭਰਾ ਦਾ ਕਰਦਾ ਜਾਂ ਆਪਣੇ ਮੈਰਿਡ ਬੱਚਿਆਂ ਦਾ ਕਰਦਾ, ਜਿਹੜੇ ਉਹਨਾਂ ਦੇ ਬੱਚੇ ਅੱਗੇ ਜੇ ਉਹ 21 ਤੋਂ ਉੱਪਰ ਹੋ ਜਾਣ ਤਾਂ ਉਹ 'ਚ ਇੱਕ ਕੈਲਕੂਲੇਸ਼ਨ ਹੁੰਦੀ ਆ। ਉਹ ਕੈਲਕੂਲੇਸ਼ਨ ਕੀ ਆ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਆਪਣੇ ਭੈਣ ਭਰਾ ਦਾ ਤੇ ਉਹਨਾਂ ਦੇ ਬੱਚਿਆਂ ਦਾ, ਉਹ ਡੇਟ ਦੇਖਣੀ ਆ। ਜਦੋਂ ਅਪਰੂਵਲ ਆਈ ਆ, ਮਤਲਬ ਪਟੀਸ਼ਨ ਅਪਰੂਵ ਹੋਈ ਆ, ਹੋ ਸਕਦਾ ਪਟੀਸ਼ਨ 6 ਮਹੀਨੇ ਬਾਅਦ ਅਪਰੂਵ ਹੋਵੇ, ਹੋ ਸਕਦਾ ਪਟੀਸ਼ਨ ਜਿਹੜੀ 2 ਸਾਲ ਬਾਅਦ ਅਪਰੂਵ ਹੋਈ ਹੋਵੇ, ਉਹ ਟਾਈਮ ਦੇਖਣਾ। ਤੇ ਪਲੱਸ ਜਿਹੜੀ ਉਹਦੀ ਡੇਟ ਹੈਗੀ ਆ ਜਦੋਂ ਕਿ ਕਰੰਟ ਹੋਇਆ ਵੀਜ਼ਾ, ਜਿਹੜੀ ਪ੍ਰਾਇਓਰਟੀ ਡੇਟ ਆ ਉਹ ਦੇਖਣੀ ਆ। ਜਿਵੇਂ ਹੁਣ 2005 ਚੱਲ ਰਿਹਾ ਤਾਂ ਹੁਣ ਮਾਰਚ 2005 ਜਾਂ 2005 ਦੀ ਡੇਟ ਦੇਖਣੀ। ਜੇ ਜਦੋਂ ਉਹ ਵੀਜ਼ਾ ਅਵੇਲੇਬਲ ਆ ਉਦੋਂ ਉਹਦੀ ਉਮਰ 21 ਸਾਲ ਤੋਂ ਉੱਪਰ ਹੋ ਗਈ ਤਾਂ ਜਿਹੜਾ ਉਹਨੇ ਅਪਲਾਈ ਕੀਤਾ ਤੇ ਜਿਹੜੀ ਅਪਰੂਵਲ ਆ ਉਹ ਟਾਈਮ ਉਹਦੀ ਉਮਰ ਦੇ ਵਿੱਚੋਂ ਟਾਈਮ ਕੱਢਿਆ ਜਾਂਦਾ, ਤੇ ਜੇ ਉਹ 21 ਤੋਂ ਘੱਟ ਰਹਿ ਜਾਂਦਾ ਤਾਂ ਉਹ ਆ ਸਕਦਾ। ਇਸ ਤਰ੍ਹਾਂ ਕੈਲਕੂਲੇਸ਼ਨ ਆ, ਥੋੜੀ ਕੰਪਲੀਕੇਟਡ ਆ, ਪਰ ਇਹ ਆ ਇਹਦੇ ਮੁਤਾਬਕ ਜੇ ਕੋਈ ਆ ਜਾਂਦਾ ਤਾਂ ਉਹ ਫਿਰ ਆ ਸਕਦਾ, ਉਹਨੂੰ ਕੋਈ ਜਿਹੜੀ ਹੈਗੀ 21 ਤੋਂ ਓਵਰ ਦੀ ਨਹੀਂ ਆਏਗੀ ਪ੍ਰੋਬਲਮ। ਪਰ ਜੇ ਉਹ ਕੈਲਕੂਲੇਸ਼ਨ 'ਚ ਨਹੀਂ ਆਉਂਦਾ ਤਾਂ ਫਿਰ ਉਹਨੂੰ ਵੀਜ਼ਾ ਨਹੀਂ ਮਿਲਦਾ। ਇਸ ਤੋਂ ਇਲਾਵਾ ਹੁਣ ਦੇਖਾਂਗੇ ਵੀ ਕੈਟਾਗਰੀ ਕਿੰਨੀ ਕੁ ਤੇਜ਼ ਚੱਲਦੀ ਆ। ਤੇ ਇੱਕ ਸਵਾਲ ਹੋਰ ਆ, ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਹੈਗੀ ਆ ਬੰਬੇ ਦੇ ਵਿੱਚ ਅਜੇ ਤੱਕ ਇੰਟਰਵਿਊਆਂ ਨਹੀਂ ਆ ਰਹੀਆਂ। ਦੇਖੋ ਇੰਟਰਵਿਊਆਂ ਜਿਹੜੀਆਂ ਸੀ ਉਹ ਡਿਲੇ ਸੀਗੀਆਂ ਤੇ ਉਹ ਡਿਲੇ ਜਿਹੜੀ ਹੈਗੀ ਆ ਉਹ ਹੁਣ ਹੌਲੀ ਹੌਲੀ ਦੂਰ ਹੋ ਰਹੀ ਆ। ਤੇ ਹੁਣ ਦੇਖਾਂਗੇ ਇੰਟਰਵਿਊ ਆਉਣੀਆਂ ਫਾਸਟ ਸ਼ੁਰੂ ਹੋਣਗੀਆਂ। ਤੇ ਉਹ ਡਿਲੇ ਦੇ ਕਈ ਕਾਰਨ ਸੀ ਤੇ ਉਹਦੇ ਕਰਕੇ ਜਿਵੇਂ ਜਿਵੇਂ ਉਹ ਦੂਰ ਹੋਣਗੇ ਉੱਦਾਂ ਇੰਟਰਵਿਊਆਂ ਹੁਣ ਆਉਣ ਲੱਗ ਗਈਆਂ ਵੈਸੇ। ਤੇ ਇਹਨਾਂ ਨੇ ਕਿਹਾ ਕਿ ਇੱਕ ਹੋਰ ਕੁਐਸਚਨ ਹੈ ਕਿ F3 ਵੀਜ਼ਾ ਦਸੰਬਰ 2012 'ਚ ਡਿਨਾਈ ਹੋਇਆ ਸੀ, ਅਪਲਾਈ ਕੀਤਾ ਸੀ 12 ਤੇ 2020 'ਚ ਡਿਨਾਈ ਹੋ ਗਿਆ, ਤੇ ਹੁਣ ਅਸੀਂ ਕੀ ਕਰ ਸਕਦੇ ਹਾਂ। ਦੇਖੋ ਜਿਹੜਾ F3 ਤੁਹਾਡੀ ਕੈਟਾਗਰੀ ਹੈ, ਇਹ ਮੈਰਿਡ ਸਨਸ ਐਂਡ US ਜਿਹੜੇ ਡਾਟਰਸ ਆਫ US ਸਿਟੀਜ਼ਨ ਦੀ ਕੈਟਾਗਰੀ ਆ। ਜੇ ਉਹ ਡਿਨਾਈ ਹੋ ਗਿਆ ਉਹਦਾ ਰੀਜ਼ਨ ਦੇਖਣਾ ਪੈਣਾ ਵੀ ਕਿਉਂ ਡਿਨਾਈ ਹੋਇਆ। ਇੱਕ ਤਾਂ ਉਹਦਾ ਹੁੰਦਾ ਵੀ ਜੇ ਮਤਲਬ ਵਿਦਨ 30 ਡੇਜ਼ ਤੁਸੀਂ ਅਪੀਲ ਕਰ ਸਕਦੇ ਹੋ, ਜੇ ਅਪੀਲ ਨਹੀਂ ਕੀਤੀ ਤਾਂ ਫਿਰ ਦੁਬਾਰਾ ਹੀ ਅਪਲਾਈ ਕਰਨਾ ਪੈਣਾ, ਹੋਰ ਇਹਦਾ ਕੋਈ ਰਸਤਾ ਨਹੀਂ। ਤੇ ਇਹ ਹੁਣ ਡਿਟੇਲ ਦੇ ਵਿੱਚ ਦੇਖ ਕੇ ਪਤਾ ਲੱਗ ਸਕਦਾ ਵੀ ਕਿਉਂ ਡਿਨਾਈ ਹੋਇਆ, ਰੀਜ਼ਨ ਕੀ ਆ। ਉਦੋਂ ਬਾਅਦ ਉਹਨਾਂ ਨੇ ਕਿਹਾ ਕਿ ਇੱਕ ਅਸਾਈਲਮ ਕੇਸਾਂ ਬਾਰੇ ਸਵਾਲ ਆਇਆ ਕਿ ਅਸੀਂ 2014 'ਚ ਅਪਲਾਈ ਕੀਤਾ ਤੇ ਸਾਡੇ ਬੱਚੇ ਦੀ ਉਮਰ ਹੁਣ 19 ਸਾਲ ਆ। ਦੇਖੋ ਜਦੋਂ ਆਪਾਂ ਅਸਾਈਲਮ ਦਾ ਕੇਸ ਅਪਲਾਈ ਕਰਦੇ ਹਾਂ ਉਹਦੀ ਜੇ ਉਮਰ 21 ਸਾਲ ਤੋਂ ਘੱਟ ਆ, ਚਾਹੇ ਚੱਲਦੇ ਕੇਸ ਜਿੰਨੀ ਮਰਜ਼ੀ ਉਮਰ ਹੋ ਜਾਵੇ, ਜੇ 21 ਤੋਂ ਉੱਪਰ ਵੀ ਹੋ ਜਾਵੇ, ਜੇ ਉਹ ਅਨਮੈਰਿਡ ਰਹੇ ਤਾਂ ਉਹ ਵਿੱਚ ਕਵਰ ਰਹਿੰਦਾ ਉਹਦੇ। ਤੇ ਉਸ ਤੋਂ ਬਾਅਦ ਇੱਕ ਹੋਰ ਮਤਲਬ ਕੁਐਸਚਨ ਆਇਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਗੁਰੂ ਘਰ ਤੋਂ ਪੇਪਰ ਲਾਏ ਆ ਤੇ I360 ਅਪਰੂਵਲ ਨੂੰ ਕਿੰਨਾ ਕੁ ਟਾਈਮ ਲੱਗ ਰਿਹਾ। ਦੇਖੋ ਇਹਦੇ ਵਾਸਤੇ ਤਾਂ ਬੇਸਿਕਲੀ ਪਹਿਲਾਂ ਤਾਂ ਇਹ ਆ ਵੀ R1 ਤੇ ਹੋਣਾ ਚਾਹੀਦਾ। R1 ਜਿਹੜਾ ਹੈਗਾ ਉਹ ਐਕਸਪਾਇਰ ਨਾ ਹੋਇਆ ਹੋਵੇ, ਜਿਵੇਂ 2 ਸਾਲ R1 ਤੇ ਹੋ, ਉਸ ਤੋਂ ਬਾਅਦ ਆਪਾਂ I360 ਪਟੀਸ਼ਨ ਅਪਲਾਈ ਕਰ ਸਕਦੇ ਹਾਂ। I360 ਦੀ ਅਪਰੂਵਲ ਨੂੰ ਟਾਈਮ ਲੱਗ ਰਿਹਾ, ਹੁਣ ਪਿਛਲੇ ਸਮੇਂ ਥੋੜਾ ਜ਼ਿਆਦਾ ਟਾਈਮ ਲੱਗਿਆ। ਇਹ ਹੁਣ ਮੈਂ ਜਿਹੜੇ ਸਾਰੇ ਪੇਪਰ ਦੇਖ ਕੇ ਦੱਸ ਸਕਦਾ ਤੁਹਾਡੇ ਵੀ ਕਦੋਂ ਅਪਲਾਈ ਹੋਇਆ, ਉਹਨੂੰ ਕਿੰਨਾ ਟਾਈਮ ਲੱਗ ਰਿਹਾ। ਮੈਨੂੰ ਈਮੇਲ ਕਰ ਦਿਓ jpsinghattorney@gmail ਜਾਂ ਫੋਨ ਕਰ ਲਓ 917 915 41 42, ਉਹ ਹਿਸਾਬ ਨਾਲ ਦੱਸ ਸਕਦਾ। ਪਰ ਜ਼ਿਆਦਾ ਬੈਟਰ ਸਲਾਹ ਇਹੀ ਆ ਵੀ ਜੇ ਤੁਹਾਡਾ ਕੋਈ ਵਕੀਲ ਹੈਗਾ ਉਹਨੂੰ ਕਹੋ ਕਿ ਉਹ ਇਹਦੀ ਇਨਕੁਆਇਰੀ ਕਰੇ, ਜੇ ਟਾਈਮ ਜ਼ਿਆਦਾ ਲੱਗ ਰਿਹਾ ਜਾਂ ਮਤਲਬ ਕਿਉਂ ਲੱਗ ਰਿਹਾ, ਉਹ ਤੁਹਾਨੂੰ ਜ਼ਿਆਦਾ ਬੈਟਰ ਦੱਸ ਸਕਦਾ। ਤੇ ਇੱਕ ਇਹਨਾਂ ਨੇ ਇਹ ਕੀਤਾ ਕਿ ਕੁਐਸਚਨ ਹੈਗਾ ਕਿ ਜੀ ਅਸੀਂ F4 ਵੀਜ਼ਾ ਅਪਲਾਈ ਕੀਤਾ ਸੀਗਾ ਸਿਸਟਰ ਲਈ 2006 'ਚ, F4 ਕੈਟਾਗਰੀ ਜਿਹੜੀ ਭਰਾ ਭੈਣ ਵਾਲੀ ਆ, ਤੇ ਉਹਨਾਂ ਨੇ DNA ਮੰਗਿਆ ਸੀ ਤੇ DNA ਦੀ ਲੈਟਰ ਸਾਨੂੰ ਨਹੀਂ ਮਿਲੀ ਤੇ ਡਿਨਾਇਲ ਲੈਟਰ ਆ ਗਈ। ਉਦੋਂ ਬਾਅਦ ਅਸੀਂ ਮੋਸ਼ਨ ਟੂ ਰੀਓਪਨ ਕੀਤਾ ਤੇ ਉਹ ਹੋ ਗਿਆ। ਤੇ ਉਹਨਾਂ ਨੇ ਹੁਣ ਜਿਹੜੀ ਪ੍ਰਾਇਓਰਟੀ ਡੇਟ 2011 ਦੀ ਆ, ਰਿਸੀਵ ਡੇਟ 6 ਦੀ ਆ। ਦੇਖੋ ਇਹਦਾ ਹੁਣ ਪੂਰੇ ਪੇਪਰ ਦੇਖ ਕੇ ਪਤਾ ਲੱਗ ਸਕਦਾ ਕਿ ਜਿਹੜੀ 6 ਦੀ ਮਤਲਬ ਪ੍ਰਾਇਓਰਟੀ ਡੇਟ ਹੈਗੀ ਆ, ਉਹ ਜੇ ਕੇਸ ਡਿਨਾਈ ਹੋ ਗਿਆ, ਤੁਸੀਂ ਦੁਬਾਰਾ ਅਪਲਾਈ ਕੀਤਾ 11 ਜਾਂ 10 ਦੇ ਵਿੱਚ, ਤੇ ਫਿਰ ਤਾਂ ਉਹ 11 ਤੋਂ ਹੀ ਗਿਣਿਆ ਜਾਊਗਾ, ਉਹ 6 ਵਾਲੀ ਨਹੀਂ ਮਿਲਣੀ ਤੁਹਾਨੂੰ, ਤੇ ਉਹ ਫਿਰ ਉਹਨੂੰ ਟਾਈਮ ਜ਼ਿਆਦਾ ਲੱਗੂਗਾ, ਇਹ 5 ਸਾਲ 6 ਹੋਰ ਲੱਗਣੇ ਆ। ਪਰ ਜੇ ਉਹ 6 ਵਾਲਾ ਕੇਸ ਹੀ ਤੁਹਾਡਾ ਅਪਰੂਵ ਹੋਇਆ, ਫਿਰ ਉਹ 'ਚ ਦੇਖਿਆ ਜਾ ਸਕਦਾ ਵੀ ਕੀ ਕਾਰਨ ਆ ਵੀ ਉਹਨਾਂ ਨੇ 11 ਵਾਲੀ ਪ੍ਰਾਇਓਰਟੀ ਡੇਟ ਕਿਉਂ ਦਿੱਤੀ ਆ। ਪਰ ਜੇ ਤੁਸੀਂ ਰੀਅਪਲਾਈ ਕੀਤਾ ਦੁਬਾਰਾ, ਵੀ ਉਹ ਡਿਨਾਈ ਹੋ ਗਿਆ, ਦੁਬਾਰਾ ਅਪਲਾਈ ਕਰਤਾ 10-11 'ਚ, ਉਹ ਫਿਰ ਦੁਬਾਰਾ ਜਿਹੜੀ ਡੇਟ ਆ 10-11 ਵਾਲੀ ਹੀ ਰਹੇਗੀ। ਤੇ ਇਸ ਤੋਂ ਬਾਅਦ ਇੱਕ ਹੋਰ ਕੁਐਸਚਨ ਹੈਗਾ ਸਾਡਾ, ਉਹ ਇਹ ਆ ਕਿ ਉਹ ਇਹ ਪੁੱਛ ਰਹੇ ਨੇ ਕਿ F4 ਵੀਜ਼ਾ 2007 'ਚ ਅਪਲਾਈ ਕੀਤਾ, ਜਿਹੜੀ ਪਟੀਸ਼ਨ ਅਪਲਾਈ ਕੀਤੀ ਹੈ, ਕਿੰਨਾ ਟਾਈਮ ਲੱਗੇਗਾ। ਦੇਖੋ ਜਿਹੜੀ F4 ਕੈਟਾਗਰੀ ਹੈ, ਜਿਵੇਂ ਅੱਗੇ ਵੀ ਦੱਸਿਆ ਵੀ ਇਹ ਤਾਂ 2000 ਹੁਣ ਇਸ ਟਾਈਮ ਤੇ 5 ਚੱਲ ਰਿਹਾ, ਸੋ 7 'ਚ ਅਪਲਾਈ ਕੀਤਾ, 1.5-2 ਸਾਲ ਹੋਰ ਲੱਗ ਸਕਦੇ। ਬਾਕੀ ਦੇਖਾਂਗੇ ਵੀ ਕਿੰਨਾ ਕੁ ਤੇਜ਼ ਇਹ ਹੁੰਦਾ।
ਤੇ ਇਸ ਤੋਂ ਇਲਾਵਾ ਇੱਕ ਹੋਰ ਕੁਐਸਚਨ ਹੈ ਕਿ ਉਹਨਾਂ ਨੇ ਕਿਹਾ ਕਿ F4 ਕੈਟਾਗਰੀ 2010 'ਚ ਅਪਲਾਈ ਕੀਤੀ ਆ, ਮੇਰੀ ਉਮਰ 37 ਸਾਲ ਆ, ਮੈਂ ਮੈਰਿਡ ਆ, ਤੇ ਹੁਣ ਮੈਂ ਸਟੱਡੀ ਵੀਜ਼ਾ ਅਪਲਾਈ ਕਰ ਸਕਦਾ ਕਿ ਨਹੀਂ। ਦੇਖੋ ਇਸ ਤਰ੍ਹਾਂ ਕਿ ਜੇ ਤੁਹਾਡਾ F4 ਕੈਟਾਗਰੀ ਦੇ ਵਿੱਚ ਤੁਹਾਡੇ ਭਰਾ ਭੈਣ ਨੇ ਕੀਤਾ, ਤੁਹਾਡੀ ਉਮਰ 37 ਆ, ਉਹਦਾ ਨਹੀਂ ਫਰਕ ਪੈਂਦਾ, ਜਿੰਨੀ ਮਰਜ਼ੀ ਉਮਰ ਹੋ ਜਾਵੇ, ਚਾਹੇ 40 ਹੋ ਜਾਵੇ, 50 ਹੋ ਜਾਵੇ। ਤੁਹਾਡੇ ਬੱਚੇ ਵੀ 21 ਸਾਲ ਤੋਂ ਤੱਕ ਆ ਸਕਦੇ ਨੇ, 21 ਤੋਂ ਵੱਧ ਵੀ ਆ ਸਕਦੇ ਨੇ ਜੇ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਨੇ। ਪਰ ਸਟੱਡੀ ਵੀਜ਼ੇ ਬਾਰੇ ਜੇ ਤੁਸੀਂ ਇੱਕ ਵਾਰ ਪਟੀਸ਼ਨ ਕੀਤੀ ਆ ਤਾਂ ਹੋ ਸਕਦਾ ਤੁਹਾਨੂੰ ਨਾ ਮਿਲੇ, ਕਿਉਂਕਿ ਜਿਹੜਾ ਸਟੱਡੀ ਵੀਜ਼ਾ F1 ਵੀਜ਼ਾ ਹੁੰਦਾ ਜਾਂ B1 B2 ਵਿਜ਼ਟਰ ਵੀਜ਼ਾ ਹੁੰਦਾ, ਇਹਦੇ ਵਿੱਚੋਂ ਦੇਖਦੇ ਆ ਕਿ ਤੁਸੀਂ ਕਿੰਨਾ ਕੁ ਮਤਲਬ ਜਿਹੜਾ ਹੈਗਾ ਤੁਹਾਡੀ ਕੋਈ ਇਮੀਗ੍ਰੈਂਟ ਜਿਹੜੀ ਪਟੀਸ਼ਨ ਤਾਂ ਨਹੀਂ ਕੀਤੀ, ਤੁਹਾਡੀ ਇੰਟੈਂਸ਼ਨ ਉੱਥੇ ਇਮੀਗ੍ਰੇਟ ਤਾਂ ਨਹੀਂ ਹੈਗੀ। ਜੇ ਉਹਨਾਂ ਨੂੰ ਇਹ ਲੱਗੇ ਵੀ ਤੁਹਾਡੀ ਇੰਟੈਂਸ਼ਨ ਤਾਂ ਉੱਥੇ ਇਮੀਗ੍ਰੇਟ ਹੋਣ ਦੀ ਆ, ਤੁਹਾਡੀ ਰਹਿਣ ਦੀ ਅਮਰੀਕਾ 'ਚ, ਤਾਂ ਫਿਰ ਉਹ ਵੀਜ਼ਾ ਨਹੀਂ ਦਿੰਦੇ। ਸੋ ਆਮ ਤੌਰ 'ਤੇ ਜੇ ਤੁਹਾਡੀ ਜਿਹੜੀ ਹੈਗੀ ਆ ਪਟੀਸ਼ਨ ਲੱਗੀ ਹੋਈ ਆ ਮਤਲਬ ਭਰਾ ਭੈਣ ਵੱਲੋਂ ਜਾਂ ਮਾਂ-ਬਾਪ ਵੱਲੋਂ, ਤੇ ਫਿਰ ਉਹ ਤੁਹਾਨੂੰ ਵਿਜ਼ਟਰ ਵੀਜ਼ਾ ਨਹੀਂ ਦਿੰਦੇ, ਤੇ ਸਟੂਡੈਂਟ ਵੀਜ਼ੇ 'ਤੇ ਵੀ ਇਹੀ ਰੂਲ ਆ, ਉਹ ਨਹੀਂ ਮਿਲਦਾ। ਸੋ ਚਾਂਸ ਘੱਟ ਆ ਮਿਲਣ ਦੇ। ਉਦੋਂ ਬਾਅਦ ਇੱਕ ਹੋਰ ਕੁਐਸਚਨ ਹੈ ਕਿ ਸਾਡੇ ਪੇਪਰ 2006 ਦੇ ਅਪਲਾਈ ਕੀਤੇ ਆ, ਤੇ ਇਹ ਵੀ F4 ਕੈਟਾਗਰੀ ਦੀ ਗੱਲ ਕਰਦੇ, ਕਿੰਨਾ ਟਾਈਮ ਲੱਗੂਗਾ। ਉਹ 2005 ਚੱਲ ਰਿਹਾ, ਤੇ ਜੇ ਹੁਣ ਉਸ ਹਿਸਾਬ ਨਾਲ ਗਿਣ ਲਓ ਵੀ ਸਾਲ ਵੀ ਲੱਗ ਸਕਦਾ, ਡੇਢ ਵੀ ਲੱਗ ਸਕਦਾ। ਤੇ ਇੱਕ ਹੋਰ ਸਵਾਲ ਆ, ਉਹ ਇਹ ਪੁੱਛਦੇ ਨੇ ਕਿ ਜਿਹੜੇ ਅੱਜ ਕੱਲ੍ਹ ਜਿਹੜੇ ਹੈਗੇ ਡਿਟੈਂਸ਼ਨ ਅਮਰੀਕਾ ਦੀ ਜਿਹੜੀ ਹੈਗੀ ਆ, ਉਹ ਪਾਲਿਸੀ ਕੀ ਆ। ਦੇਖੋ ਇਹ ਹੈਗੀ ਆ ਵੀ ਮਾਂ-ਬਾਪ ਨੂੰ ਬੱਚਿਆਂ ਨੂੰ ਅੱਡ ਨਹੀਂ ਕੀਤਾ ਜਾਂਦਾ। ਜੇ ਫੈਮਿਲੀ ਦੇ ਵਿੱਚ ਬੱਚਿਆਂ ਨਾਲ ਮਾਂ-ਬਾਪ ਆਉਂਦੇ, ਉਹਨਾਂ ਨੂੰ ਇਕੱਠਾ ਰੱਖ ਕੇ ਤੇ ਉਹਨਾਂ ਨੂੰ ਜਿੰਨੀ ਮਤਲਬ ਜਲਦੀ ਹੋ ਸਕੇ ਉਹ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰੋਸੈਸਿੰਗ ਕਰਨ ਦੀ ਜਾਂ ਰਿਲੀਜ਼ ਕਰਨ ਦੀ, ਜੇ ਉਹਨਾਂ ਦੇ ਬਾਹਰ ਕੋਈ ਗਰੰਟਰ ਹੈਗਾ ਜਾਂ ਕਿਸੇ ਹੋਰ ਥਾਂ ਭੇਜਣ ਦੀ। ਪਰ ਜਿਹੜੇ 18 ਸਾਲ ਤੋਂ ਵੱਧ ਉਮਰ ਦੇ ਆਉਂਦੇ ਆ ਉਹਨਾਂ 'ਤੇ ਸਖਤੀ ਹੈਗੀ ਆ। ਉਹਨਾਂ 'ਚੋਂ ਕਈ ਜਿਹੜੇ ਉਹ ਫੇਲ ਵੀ ਹੋ ਜਾਂਦੇ ਕ੍ਰੈਡੀਬਲ ਅਫੇਅਰ 'ਚ, ਪਰ ਕਈਆਂ ਦਾ ਬਾਉਂਡ ਵੀ ਹੋ ਰਿਹਾ, ਮਤਲਬ ਉੱਤੇ ਸਖਤੀ ਹੈਗੀ ਆ। ਤੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਇਸ ਤਰੀਕੇ ਦੇ ਨਾਲ ਆਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਜਿਹੜਾ ਇੱਦਾਂ ਆਉਣਾ ਤਰੀਕਾ ਇਹ ਗਲਤ ਆ, ਬੜਾ ਜੋਖਮ ਭਰਿਆ। ਤੇ ਜਦੋਂ ਤੁਸੀਂ ਏਜੰਟਾਂ ਦੇ ਰਾਹੀਂ ਬਾਰਡਰ ਟੱਪ ਕੇ ਆਉਂਦੇ ਹੋ, ਇਹ ਗੈਰ ਕਾਨੂੰਨੀ ਹੈ, ਗਲਤ ਹੈ, ਇਹ ਨਹੀਂ ਆਉਣਾ ਚਾਹੀਦਾ। ਕਿਉਂਕਿ ਇਹਦੇ ਵਿੱਚ ਜਿੱਥੇ ਕਿ ਤੁਹਾਡੀ ਜਾਨ ਨੂੰ ਵੀ ਖਤਰਾ, ਉੱਥੇ ਇਹ ਕੋਈ ਪੱਕੀ ਗਰੰਟੀ ਨਹੀਂ ਕਿ ਤੁਸੀਂ ਬਾਹਰ ਆ ਜਾਓ, ਬਾਉਂਡ ਹੋ ਜਾਵੇ। ਸੋ ਇਸ ਕਰਕੇ ਇਹ 'ਤੇ ਨਾ ਆਓ ਤਾਂ ਬੈਟਰ ਆ, ਸਹੀ ਤਰੀਕੇ ਨਾਲ ਆਉਣਾ ਚਾਹੀਦਾ ਜਿਹੜਾ ਹੈਗਾ ਲੀਗਲ ਤਰੀਕੇ ਨਾਲ। ਤੇ ਇਹਦੇ 'ਚ ਇੱਕ ਹੋਰ ਕੁਐਸਚਨ ਉਹਨਾਂ ਨੇ ਪੁੱਛਿਆ ਵੀ ਜਿਹੜੀ ਐਮਬੈਸੀ ਆ ਉਹ ਕੀ ਜਿਹੜੀ ਹੈਗੀ ਬੰਬੇ ਤੋਂ ਦਿੱਲੀ ਇੰਟਰਵਿਊ ਹੋ ਸਕਦੀਆਂ ਨੇ। ਹੋ ਸਕਦੀਆਂ ਜੀ, ਪਰ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਅਜੇ, ਕਿਉਂਕਿ ਹੁਣ ਜਿਹੜਾ ਹੈਗਾ ਬੰਬੇ ਬਹੁਤ ਦੂਰ ਆ, ਮਤਲਬ ਪੈਂਦਾ ਪੰਜਾਬ ਵਾਲਿਆਂ ਨੂੰ। ਸੋ ਹੋਣਾ ਤਾਂ ਚਾਹੀਦਾ ਵੀ ਦਿੱਲੀ ਅੱਗੇ ਬੈਟਰ ਸੀ, ਨੇੜੇ ਸੀਗਾ, ਤਾਂ ਹੋ ਸਕਦਾ ਫਿਊਚਰ 'ਚ ਹੋ ਜਾਏ, ਪਰ ਅਜੇ ਤੱਕ ਕੋਈ ਉਹਨਾਂ ਦਾ ਪਲਾਨ ਇੱਦਾਂ ਦਾ ਹੈ ਨਹੀਂ। ਤੇ ਇੱਕ ਇਹਨਾਂ ਨੇ ਇਹ ਪੁੱਛਿਆ ਵੀ ਜਿਹੜੇ ਬੰਦਿਆਂ ਨੇ ਇੱਥੋਂ ਡਿਪੋਰਟ ਹੋ ਗਏ, ਉਹਨਾਂ ਨੇ ਕ੍ਰਾਈਮ ਨਹੀਂ ਕੀਤਾ, ਕੀ ਉਹ ਆ ਸਕਣਗੇ। ਦੇਖੋ ਮੈਂ ਇੱਕ ਵਾਰੀ ਫੇਰ ਦੱਸਦਾ ਵੀ ਜਿਹੜਾ ਕਾਨੂੰਨ ਆ ਉਹ ਅਜੇ ਬਣਿਆ ਨਹੀਂ, ਉਹ ਜੇ ਬਣਨਾ ਰੱਖਿਆ, ਤੇ ਜਿਹੜਾ ਆਹ ਹਿੱਸਾ ਹੈਗਾ ਉਹਦੇ 'ਚ ਅਨਡਾਕੂਮੈਂਟਡ ਬੰਦਿਆਂ ਵਾਲਾ, ਉਹ ਤੇ ਅਜੇ ਸਹਿਮਤੀ ਨਹੀਂ ਬਣ ਰਹੀ। ਸੋ ਜੇ ਕੋਈ ਉਹ 'ਚ ਰੱਖਿਆ ਜ਼ਰੂਰ ਗਿਆ ਵੀ ਜੇ ਕੋਈ ਬੰਦਾ 17 ਤੋਂ 20 ਤੱਕ ਡਿਪੋਰਟ ਹੋਇਆ, ਉਹ ਇੱਥੇ 3 ਸਾਲ ਰਿਹਾ ਤਾਂ ਉਹ ਆ ਸਕਦਾ। ਪਰ ਅਜੇ ਤੱਕ ਕਿਉਂਕਿ ਉਹ ਪਾਸ ਨਹੀਂ ਹੋਇਆ, ਉਹ 'ਤੇ ਅਜੇ ਕੋਈ ਪੱਕਾ ਸ਼ੋਰ ਨਹੀਂ ਆ ਕਿ ਕੀ ਬਣੇਗਾ। ਉਹ ਫਿਰ ਜਿਵੇਂ ਜਿਵੇਂ ਅੱਗੇ ਡਿਵੈਲਪ ਹੋਏਗਾ ਉਹਦੇ 'ਤੇ ਕੁਛ ਜਿਹੜੀ ਜਾਣਕਾਰੀ ਦੇਵਾਂਗੇ, ਪਰ ਅਜੇ ਤੱਕ ਉੱਤੇ ਕੋਈ ਜ਼ਿਆਦਾ ਹੈਡਵੇ ਨਹੀਂ ਹੋ ਰਹੀ। ਪਰ ਜਿਹੜਾ ਉਹ ਅਨਡਾਕੂਮੈਂਟਡ ਬੱਚਿਆਂ ਵਾਲਾ ਹੈਗਾ, ਡਾਕਾ ਵਾਲਾ ਤੇ ਐਗਰੀਕਲਚਰ ਵਰਕਰ ਵਾਲਾ, ਉਹ 'ਤੇ ਜ਼ਰੂਰ ਕਾਰਵਾਈ ਹੋ ਰਹੀ ਹੈ। ਤੇ ਉਹ ਬਿੱਲ ਜਿਹੜੇ ਨੇ ਉਹ ਹਾਊਸ ਦੇ ਵਿੱਚ ਆਹ ਵੀਕ ਦੇ ਵਿੱਚ ਪੇਸ਼ ਕੀਤੇ ਜਾਣਗੇ, ਤੇ ਉਹਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹਦੇ ਨਾਲ ਇੱਕ ਕੁਐਸਚਨ ਸਿਟੀਜ਼ਨਸ਼ਿਪ ਬਾਰੇ ਵੀ ਹੈਗਾ। ਉਹਨਾਂ ਨੇ ਕਿਹਾ ਵੀ ਅਸੀਂ ਸਿਟੀਜ਼ਨਸ਼ਿਪ ਦਾ ਅਪਲਾਈ ਜਿਹੜਾ ਸੀ ਉਹ ਅਗਸਤ 'ਚ ਕੀਤਾ ਸੀ ਪਿਛਲੇ ਸਾਲ, ਸਾਨੂੰ ਡੇਟ ਨਹੀਂ ਆਈ। ਦੇਖੋ ਸਿਟੀਜ਼ਨਸ਼ਿਪ ਨੂੰ ਸਾਲ ਤੋਂ ਉੱਤੇ ਲੱਗ ਰਿਹਾ। ਜਿਨ੍ਹਾਂ ਨੇ ਅਪਲਾਈ ਕੀਤਾ ਹੁਣ ਇਹ ਸਮਝ ਲਓ ਵੀ ਫਰਵਰੀ ਜਾਂ ਮਾਰਚ ਉਹਨੇ ਡੇਟਾਂ ਹੁਣ ਆ ਰਹੀਆਂ ਨੇ। ਜਿਹਨਾਂ ਨੇ ਫਰਵਰੀ ਮਾਰਚ 2020 'ਚ ਅਪਲਾਈ ਕੀਤਾ, ਤੇ ਜਿਨ੍ਹਾਂ ਨੇ ਅਗਸਤ ਦੇ ਵਿੱਚ ਕੀਤਾ ਲਾਸਟ ਈਅਰ, ਉਹ ਡੇਟ ਅਗਸਤ ਤੋਂ ਪਹਿਲਾਂ ਨਹੀਂ ਆਉਣੀ, ਉਹਨੂੰ ਸਾਲ ਲੱਗ ਰਿਹਾ, ਸਾਲ ਤੋਂ ਉੱਤੇ। ਤੇ ਅਜੇ ਵੇਟ ਕਰਨੀ ਚਾਹੀਦੀ ਆ, ਤੇ ਹੋ ਸਕਦਾ ਡੇਟਾਂ ਗਾਂਹ ਜਿਹੜੀਆਂ ਥੋੜ੍ਹੀਆਂ ਤੇਜ਼ ਹੋ ਜਾਣ। ਤੇ ਬਾਕੀ ਇੱਕ ਸਵਾਲ ਮਾਸਟਰ ਜਿਹੜੀ ਹੀਅਰਿੰਗ ਡੇਟ ਕੋਰਟ 'ਚ ਹੁੰਦੀ ਉਹਦੇ ਬਾਰੇ ਵੀ ਹੈਗਾ। ਦੇਖੋ ਮਾਸਟਰ ਡੇਟਾਂ ਜਿਹੜੀਆਂ ਉਹ ਨਹੀਂ ਦੇ ਰਹੀਆਂ ਕੋਰਟਾਂ ਅਜੇ, ਕਿਉਂਕਿ ਡੇਟਾਂ ਅੱਗੇ ਪੈ ਰਹੀਆਂ ਨੇ। ਉਹਦਾ ਰੀਜ਼ਨ ਤੁਹਾਨੂੰ ਪਤਾ ਹੀ ਆ। ਤੇ ਜਿਹੜੀਆਂ ਫਾਈਨਲ ਡੇਟਾਂ ਦੇ ਰਹੇ ਨੇ, ਕਈ ਵਾਰੀ ਹੁਣ ਉਹ ਰਿਟਨ ਪ੍ਰੋਸੀਡਿੰਗਸ ਉਹਦੀਆਂ ਲੈ ਰਹੇ ਨੇ, ਉਹ ਲੈ ਕੇ ਸਿੱਧੀ ਫਾਈਨਲ ਡੇਟ ਜਿਹੜੀ ਆ ਉਹ ਦੇ ਦਿੰਦੇ ਨੇ। ਤੇ ਕਈ ਵਾਰੀ ਉਹ ਇਹ ਵੀ ਵਕੀਲ ਨੂੰ ਕਹਿੰਦੇ ਆ ਵੀ ਤੁਸੀਂ ਜੇ ਫਾਈਨਲ ਡੇਟ ਲੈਣੀ ਆ ਦੱਸੋ, ਤੇ ਮਾਸਟਰ ਤੋਂ ਬਿਨਾਂ ਹੀ ਫਾਈਨਲ ਡੇਟ ਦੇ ਰਹੇ ਆ। ਇਹ ਵੀ ਹੋ ਰਿਹਾ। ਸੋ ਇਸ ਕਰਕੇ ਹੁਣ ਕਈ ਕੇਸਾਂ ਦੇ ਵਿੱਚ ਅਸੀਂ ਜਿਹੜੀ ਹੁੰਦੀ ਆ ਫਾਈਨਲ ਡੇਟ ਜਿਹੜੀ ਮਾਸਟਰ ਤੋਂ ਬਿਨਾਂ ਲੈ ਲੈਂਦੇ ਆ। ਇਹ ਕਈ ਕੇਸਾਂ 'ਚ ਆਫਰ ਕਰਦੀ ਆ ਜਿਹੜੀ ਕੋਰਟ ਆ। ਤੇ ਬਾਕੀ ਟਾਈਮ ਦੱਸੇਗਾ ਵੀ ਇਹਨੂੰ ਕਿੰਨਾ ਕੁ ਛੇਤੀ ਜਿਹੜਾ ਹੈਗਾ ਉਹ ਇਹ ਪ੍ਰੋਸੈਸ ਜਿਹੜਾ ਉਹ ਨੋਰਮਲ ਹੋਏਗਾ। ਸੋ ਉਮੀਦ ਆ ਵੀ ਅਗਲੇ ਆਉਂਦੇ ਮਹੀਨਿਆਂ ਦੇ ਵਿੱਚ ਥੋੜ੍ਹੀ ਜਿਹੀ ਇਹਦੇ 'ਚ ਹੋਰ ਜ਼ਿਆਦਾ ਪ੍ਰੋਗਰੈਸ ਹੋਏਗੀ। ਸੋ ਇਹ ਸਨ ਤੁਹਾਡੇ ਕੁਝ ਸਵਾਲ ਜਿਨ੍ਹਾਂ ਦੇ ਮੈਂ ਜਵਾਬ ਦਿੱਤੇ ਆ। ਬਾਕੀ ਜੇ ਹੋਰ ਸਵਾਲ ਹੋਣਗੇ ਉਹ ਤੁਸੀਂ ਮੈਨੂੰ ਲਿਖ ਕੇ ਭੇਜੋ, ਤੇ ਵੀਡੀਓ ਥੱਲੇ ਤਾਂ ਮੈਂ ਤੁਹਾਨੂੰ ਜਦੋਂ ਹੁਣ ਅਗਲੀ ਵੀਡੀਓ ਪਾਵਾਂਗਾ ਉਹ 'ਤੇ ਜਵਾਬ ਦਿਆਂਗਾ। ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰਾ ਨੰਬਰ ਆ 917 915 4142। ਈਮੇਲ ਹੈਗੀ ਹੈ jpsinghattorney@gmail।
ਤੇ ਜਿਹੜੇ ਮੇਰੇ ਨੰਬਰ ਹੈਗੇ ਆ 917 915 4142 ਮੇਰੇ ਨਿਊਯਾਰਕ ਆਫਿਸ ਦਾ 7185338444 ਜਾਂ ਕੈਲੀਫੋਰਨੀਆ ਦਾ 5106576444 ਉੱਥੇ ਤੁਸੀਂ ਕਾਲ ਕਰ ਸਕਦੇ ਹੋ। ਤੇ ਮੇਰੇ ਦਫ਼ਤਰ ਹੈਗੇ ਨੇ ਨਿਊਯਾਰਕ 'ਚ, ਨਿਊ ਜਰਸੀ 'ਚ ਤੇ ਕੈਲੀਫੋਰਨੀਆ ਫਰੀਮਾਉਂਟ ਸੈਕਰਾਮੈਂਟੋ ਤੇ ਫ੍ਰਿਜ਼ਨੋ। ਉੱਥੇ ਜਦੋਂ ਮਰਜ਼ੀ ਤੁਸੀਂ ਜੇ ਆਉਣਾ ਅਪਾਇੰਟਮੈਂਟ ਬਣਾ ਕੇ ਆ ਵੀ ਸਕਦੇ ਹੋ। ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜਿੰਨੀ ਵੀ ਤੁਹਾਨੂੰ ਜਿਹੜੀ ਲੇਟੈਸਟ ਅਪਡੇਟ ਆ ਜਾਂ ਸਲਾਹ ਜਿਹੜੀ ਆ ਉਹ ਦਿੱਤੀ ਜਾਵੇ। ਇਹਨਾਂ ਸ਼ਬਦਾਂ ਨਾਲ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ।